ਸਤਿ ਸ੍ਰੀ ਅਕਾਲ। ਮੈਂ ਹਾਂ ਜਤਿੰਦਰ ਸਿੰਘ ਤੇ ਸਾਡੀ ਖਾਸ ਪੇਸ਼ਕਸ਼ ਅਲਵਿਦਾ ਉੱਡਣਾ ਸਿੱਖ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਤੈਨੂੰ ਕਿਵੇਂ ਭੁਲਾਵਾਂਗੇ ਵਸਦਾ ਰੂਹ ਅੰਦਰ ਜੋ ਯਾਰਾ। ਕੁਝ ਲੋਕ ਅਜਿਹੇ ਹੁੰਦੇ ਨੇ ਜੋ ਬੇਸ਼ੱਕ ਦੁਨੀਆ ਨੂੰ ਅਲਵਿਦਾ ਵੀ ਆਖ ਜਾਣ ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਧੜਕਦੇ ਰਹਿੰਦੇ ਨੇ, ਲੋਕਾਂ ਦੇ ਦਿਲਾਂ ਤੇ ਹਮੇਸ਼ਾ ਰਾਜ ਕਰਦੇ ਆ। ਅਜਿਹੇ ਹੀ ਸਨ ਉੱਡਣਾ ਸਿੱਖ ਸਰਦਾਰ ਮਿਲਖਾ ਸਿੰਘ। ਭਾਰਤ ਦੇ ਖੇਡ ਜਗਤ ਦੇ ਵਿੱਚ ਇਤਿਹਾਸ ਰਚਣ ਵਾਲੇ ਮਿਲਖਾ ਸਿੰਘ ਦਾ 18 ਜੂਨ ਨੂੰ ਚੰਡੀਗੜ੍ਹ PGI ਦੇ ਵਿੱਚ ਦੇਹਾਂਤ ਹੋ ਗਿਆ। ਸਰਦਾਰ ਮਿਲਖਾ ਸਿੰਘ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦੇ ਬਾਵਜੂਦ ਵੱਡਾ ਮੁਕਾਮ ਹਾਸਲ ਕੀਤਾ ਸੀ। ਮੈਦਾਨ ਦੇ ਵਿੱਚ ਦੌੜਦੇ ਸਨ, ਲੋਕ ਮੂੰਹ ਦੇ ਵਿੱਚ ਉਂਗਲਾਂ ਦੇਣ ਦੇ ਲਈ ਮਜਬੂਰ ਹੋ ਜਾਂਦੇ ਸਨ। ਕਿਹਾ ਜਾਂਦਾ ਹੈ ਕਿ ਉਹਨਾਂ ਨੇ 80 ਦੇ ਵਿੱਚੋਂ 77 ਦੌੜਾਂ ਜਿੱਤੀਆਂ। ਸਿਰਫ ਭਾਰਤੀ ਹੀ ਨਹੀਂ, ਵਿਦੇਸ਼ੀ ਵੀ ਉਹਨਾਂ ਦੇ ਫੈਨ ਸਨ। ਕਿਸ ਤਰ੍ਹਾਂ ਉਹਨਾਂ ਨੇ ਦੌੜ ਦਾ ਸਫ਼ਰ ਸ਼ੁਰੂ ਕੀਤਾ ਤੇ ਕੀ ਕੁਝ ਚੁਣੌਤੀਆਂ ਸਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਆਓ ਮਾਰਦੇ ਹਾਂ ਉਹਨਾਂ ਦੀ ਜ਼ਿੰਦਗੀ ਦੀ ਉਡਾਰੀ ਤੇ ਇੱਕ ਝਾਤ। ਸਨ 1929 ਕੁਝ ਕਿਤਾਬਾਂ ਦੇ ਵਿੱਚ 1932 ਵੀ ਲਿਖਿਆ। ਸਰਦਾਰ ਮਿਲਖਾ ਸਿੰਘ ਦਾ ਜਨਮ ਗੋਬਿੰਦਪੁਰਾ ਦੇ ਸੂਬੇ ਪੰਜਾਬ, ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੋਇਆ ਸੀ। ਉਸ ਸਮੇਂ ਭਾਰਤ ਪਾਕਿਸਤਾਨ ਦੀ ਵੰਡ ਨਹੀਂ ਹੋਈ ਸੀ। ਮਿਲਖਾ ਸਿੰਘ ਜਦੋਂ ਜਵਾਨੀ ਦੇ ਵਿੱਚ ਪੈਰ ਰੱਖ ਰਹੇ ਸਨ ਤਾਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਣ ਲੱਗੀ, ਦੰਗੇ ਭੜਕ ਗਏ ਤੇ ਕਤਲੇਆਮ ਸ਼ੁਰੂ ਹੋ ਗਿਆ। ਮਿਲਖਾ ਸਿੰਘ ਦੇ ਪਰਿਵਾਰ ਦੇ ਕਈ ਮੈਂਬਰ ਉਹਨਾਂ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤੇ ਗਏ ਸਨ, ਪਰ ਮਿਲਖਾ ਸਿੰਘ ਇਹਨਾਂ ਦੰਗਿਆਂ ਦੇ ਵਿੱਚ ਮੁਸ਼ਕਲ ਦੇ ਨਾਲ ਬਚ ਗਏ। ਪਰਿਵਾਰ ਦਾ ਸਾਇਆ ਉਹਨਾਂ ਤੋਂ ਉੱਠ ਗਿਆ ਤਾਂ ਕਈ ਮੁਸ਼ਕਲਾਂ ਵੀ ਝੱਲਣੀਆਂ ਪਈਆਂ। ਇਸ ਦੌਰਾਨ ਉਹ ਟ੍ਰੇਨ ਦੇ ਵਿੱਚ ਬਿਨਾਂ ਟਿਕਟ ਦੇ ਸਫ਼ਰ ਕਰਦਿਆਂ ਫੜੇ ਵੀ ਗਏ ਸਨ ਤੇ ਕੁਝ ਕਾਰਨਾਂ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਸਮਾਂ ਬਿਤਾਉਣਾ ਪਿਆ ਸੀ। ਮਿਲਖਾ ਸਿੰਘ ਦੇ ਨਾਲ ਜੁੜੇ ਕੁਝ ਰੋਚਕ ਕਿੱਸੇ ਵੀ ਨੇ। ਕਿਹਾ ਜਾਂਦਾ ਹੈ ਕਿ ਦੁੱਧ ਦੇ ਇੱਕ ਗਲਾਸ ਦੇ ਲਈ ਫੌਜ ਦੀ ਦੌੜ ਦੇ ਵਿੱਚ ਉਹਨਾਂ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਅਜਿਹਾ ਦੌੜੇ ਕਿ ਭਾਰਤ ਦਾ ਸਭ ਤੋਂ ਮਹਾਨ ਐਥਲੀਟ ਬਣ ਗਏ। 1960 ਦੇ ਵਿੱਚ ਰੋਮ 올림픽 'ਚ ਵਿਸ਼ਵ ਰਿਕਾਰਡ ਦੇ ਬਾਵਜੂਦ ਮਿਲਖਾ ਸਿੰਘ ਭਾਰਤ ਦੇ ਲਈ ਸੋਨ ਤਗਮਾ ਜਿੱਤ ਨਹੀਂ ਸਕੇ ਸਨ ਅਤੇ ਉਹਨਾਂ ਨੂੰ ਚੌਥੇ ਸਥਾਨ ਤੇ ਹੀ ਸੰਤੋਖ ਕਰਨਾ ਪਿਆ ਸੀ। ਮਿਲਖਾ ਸਿੰਘ ਨੇ ਵਿਸ਼ਵ ਪੱਧਰ ਤੇ ਆਪਣੀ ਪਛਾਣ ਉਸ ਸਮੇਂ ਬਣਾਈ ਸੀ ਜਦੋਂ ਕਾਰਡਿਫ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਤਤਕਾਲੀ ਵਿਸ਼ਵ ਰਿਕਾਰਡ ਧਾਰਕ ਮੈਲਕਮ ਸਪੈਂਸ ਨੂੰ 440 ਗਜ ਦੀ ਦੌੜ 'ਚ ਹਰਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ ਸੀ। ਇਹਨਾਂ ਖੇਡਾਂ ਦੇ ਵਿੱਚ 36 ਦੇਸ਼ਾਂ ਤੇ ਟੈਰੀਟਰੀਜ਼ ਦੇ 1100 ਦੇ ਕਰੀਬ ਐਥਲੀਟਾਂ ਨੇ ਹਿੱਸਾ ਲਿਆ ਸੀ। ਉਸ ਰਾਤ ਮਿਲਖਾ ਨੂੰ ਨੀਂਦ ਨਹੀਂ ਸੀ ਆਈ। ਅਗਲੇ ਦਿਨ 440 ਯਾਰਡ ਦੀ ਦੌੜ ਦਾ ਫਾਈਨਲ ਸ਼ਾਮ ਨੂੰ 4 ਵਜੇ ਸੀ। ਸਵੇਰ ਦੇ ਸਮੇਂ ਉਹਨਾਂ ਨੇ ਆਪਣੀਆਂ ਨਾੜਾਂ ਨੂੰ ਆਰਾਮ ਦੇਣ ਦੇ ਲਈ ਟੱਬ ਦੇ ਵਿੱਚ ਗਰਮ ਪਾਣੀ ਪਾਇਆ ਤੇ ਇਸ਼ਨਾਨ ਕੀਤਾ, ਨਾਸ਼ਤਾ ਕੀਤਾ ਅਤੇ ਫਿਰ ਕੰਬਲ ਲੈ ਕੇ ਸੌਂ ਗਏ। ਦੁਪਹਿਰ ਨੂੰ ਉਹਨਾਂ ਦੀ ਅੱਖ ਖੁੱਲੀ। ਉਹਨਾਂ ਨੇ ਦੁਪਹਿਰ ਦੇ ਖਾਣੇ ਦੇ ਵਿੱਚ ਸੂਪ ਦੀ ਇੱਕ ਕੌਲੀ ਅਤੇ ਡਬਲ ਰੋਟੀ ਦੇ 2 ਟੁਕੜੇ ਖਾਧੇ। ਉਹਨਾਂ ਨੇ ਜਾਣਬੁੱਝ ਕੇ ਹੀ ਘੱਟ ਖਾਣਾ ਖਾਧਾ ਤਾਂ ਜੋ ਉਹਨਾਂ ਦੀ ਕਾਰਗੁਜ਼ਾਰੀ ਪ੍ਰਭਾਵਿਤ ਨਾ ਹੋਵੇ। ਮਿਲਖਾ ਸਿੰਘ ਉਸ ਦਿਨ ਨੂੰ ਯਾਦ ਕਰਦਿਆਂ ਕਹਿੰਦੇ ਸਨ, ਉਹ ਘਬਰਾਏ ਹੋਏ ਸਨ। ਇਹ ਘਬਰਾਹਟ ਵੇਖ ਉਹਨਾਂ ਦੇ ਕੋਚ ਡਾਕਟਰ ਹਾਵਰਡ ਉਹਨਾਂ ਦੇ ਨਾਲ ਦੀ ਸੀਟ ਤੇ ਆ ਕੇ ਬੈਠ ਗਏ ਅਤੇ ਕਹਿਣ ਲੱਗੇ, ਅੱਜ ਦੀ ਦੌੜ ਜਾਂ ਤਾਂ ਤੈਨੂੰ ਬਣਾ ਦੇਵੇਗੀ ਜਾਂ ਫਿਰ ਬਰਬਾਦ ਕਰ ਦੇਵੇਗੀ। ਜੇਕਰ ਤੂੰ ਮੇਰੇ ਵੱਲੋਂ ਦਿੱਤੇ ਸੁਝਾਅ ਦਾ ਪਾਲਣ ਕਰੇਗਾ ਤਾਂ ਤੂੰ ਮੈਲਕਮ ਸਪੈਂਸ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹੇਗਾ। ਤੇਰੇ ਵਿੱਚ ਅਜਿਹਾ ਕਰਨ ਦੀ ਯੋਗਤਾ ਹੈ। ਮਿਲਖਾ ਸਿੰਘ ਦਾ ਕਹਿਣਾ ਸੀ ਕਿ ਇਸ ਨਾਲ ਉਸ ਨੂੰ ਕੁਝ ਹਿੰਮਤ ਮਿਲੀ। ਮਿਲਖਾ ਸਿੰਘ ਦੇ ਕੋਚ ਨੇ ਕਿਹਾ ਸੀ ਕਿ ਉਹਨਾਂ ਦਾ ਮੁੱਖ ਵਿਰੋਧੀ ਖਿਡਾਰੀ ਸਪੈਂਸ ਪਹਿਲਾਂ 300 ਮੀਟਰ ਹੌਲੀ ਦੌੜਦਾ ਤੇ ਅਖੀਰਲੇ 100 ਮੀਟਰ ਦੇ ਵਿੱਚ ਸਾਰਿਆਂ ਨੂੰ ਪਛਾੜਦਾ ਜਾਂਦਾ ਹੈ। ਇਸ ਲਈ ਤੈਨੂੰ 400 ਮੀਟਰ ਨਹੀਂ ਬਲਕਿ 350 ਮੀਟਰ ਹੀ ਦੌੜ ਲਗਾਉਣੀ ਹੈ। ਮੈਚ ਸ਼ੁਰੂ ਹੋਇਆ ਤੇ ਜਿਵੇਂ ਹੀ ਸਟਾਰਟਰ ਨੇ ਕਿਹਾ ਔਨ ਯੋਰ ਮਾਰਕ, ਮਿਲਖਾ ਸਿੰਘ ਨੇ ਸ਼ੁਰੂਆਤੀ ਲਾਈਨ ਦੇ ਪਿੱਛੇ ਆਪਣਾ ਪੈਰ ਕੀਤਾ ਅਤੇ ਸੱਜੇ ਗੋਡੇ ਨੂੰ ਖੱਬੇ ਪੈਰ ਦੇ ਸਮਾਂਤਰ ਕੀਤਾ ਅਤੇ ਦੋਵੇਂ ਹੱਥ ਜ਼ਮੀਨ ਤੇ ਰੱਖੇ। ਜਿਵੇਂ ਹੀ ਦੌੜ ਦੀ ਸ਼ੁਰੂਆਤ ਦੇ ਲਈ ਗੋਲੀ ਚੱਲੀ, ਮਿਲਖਾ ਸਿੰਘ ਇੰਜ ਤੇਜ਼ੀ ਦੇ ਨਾਲ ਭੱਜੇ ਜਿਵੇਂ ਕਿ ਭੁੰਡਾਂ ਦਾ ਝੁੰਡ ਉਹਨਾਂ ਦੇ ਪਿੱਛੇ ਪੈ ਗਿਆ ਹੋਵੇ। ਉਹਨਾਂ ਨੂੰ ਕੋਚ ਵੱਲੋਂ ਦਿੱਤੀ ਗਈ ਸਲਾਹ ਯਾਦ ਸੀ। ਪਹਿਲਾਂ 300 ਮੀਟਰ ਦੇ ਵਿੱਚ ਉਹਨਾਂ ਨੇ ਆਪਣੀ ਪੂਰੀ ਜਿੰਦ ਜਾਨ ਲਗਾ ਦਿੱਤੀ। ਮਿਲਖਾ ਸਿੰਘ ਸਭ ਤੋਂ ਅੱਗੇ ਸਨ ਅਤੇ ਜਦੋਂ ਸਪੈਂਸ ਦਾ ਧਿਆਨ ਉਹਨਾਂ ਤੇ ਪਿਆ ਤਾਂ ਉਹਨਾਂ ਨੇ ਮਿਲਖਾ ਸਿੰਘ ਤੋਂ ਅੱਗੇ ਨਿਕਲਣ ਦਾ ਯਤਨ ਕੀਤਾ, ਪਰ ਉਸ ਦਿਨ ਕਿਸਮਤ ਮਿਲਖਾ ਸਿੰਘ ਦੇ ਨਾਲ ਸੀ। ਅੰਗਰੇਜ਼ ਜ਼ੋਰ-ਜ਼ੋਰ ਦੇ ਨਾਲ ਚੀਖ ਰਹੇ ਸਨ, ਕਮ ਔਨ ਸਿੰਘ, ਕਮ ਔਨ ਸਿੰਘ। ਆਖਰਕਾਰ ਮਿਲਖਾ ਸਿੰਘ ਇਹ ਰੇਸ ਜਿੱਤ ਚੁੱਕੇ ਸਨ। ਦੌੜ ਖਤਮ ਹੁੰਦਿਆਂ ਹੀ ਉਹ
मैदान ਦੇ ਵਿੱਚ ਡਿੱਗੇ ਤੇ ਬੇਹੋਸ਼ ਹੋ ਗਏ। ਜਦੋਂ ਉਹਨਾਂ ਨੂੰ ਹੋਸ਼ ਆਇਆ ਤਾਂ ਉਸ ਸਮੇਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਕਿੰਨਾ ਵੱਡਾ ਕਾਰਨਾਮਾ ਕੀਤਾ ਹੈ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਰਤੀ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੋਵੇ। ਇਸ ਦੌਰਾਨ ਮਿਲਖਾ ਸਿੰਘ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦਾ ਸੁਨੇਹਾ ਮਿਲਿਆ ਕਿ ਇੰਨੀ ਵੱਡੀ ਪ੍ਰਾਪਤੀ ਬਦਲੇ ਉਹ ਇਨਾਮ ਵਜੋਂ ਕੀ ਲੈਣਾ ਚਾਹੁਣਗੇ। ਮਿਲਖਾ ਸਿੰਘ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਹਨਾਂ ਦੇ ਮੂੰਹੋਂ ਨਿਕਲਿਆ ਕਿ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਭਾਰਤ 'ਚ ਛੁੱਟੀ ਕਰ ਦਿੱਤੀ ਜਾਏ। ਜਿਸ ਦਿਨ ਮਿਲਖਾ ਸਿੰਘ ਭਾਰਤ ਪਹੁੰਚੇ ਤਾਂ ਦੇਸ਼ ਭਰ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਖੇਡ ਵਿੱਚ ਉਹਨਾਂ ਦੀ ਸ਼ਾਨਦਾਰ ਉਪਲਬਧੀ ਦੇ ਲਈ ਸਾਲ 1959 ਦੇ ਵਿੱਚ ਮਿਲਖਾ ਸਿੰਘ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। meters sprint. Champion Milkha Singh forges ahead to chalk a win for Southern Command. Milkha Singh of the services wins, timing 47.4 seconds. ਸਰਦਾਰ ਮਿਲਖਾ ਸਿੰਘ ਨੂੰ ਉੱਡਣਾ ਸਿੱਖ, ਅੰਗਰੇਜ਼ੀ ਦੇ ਵਿੱਚ ਫਲਾਈਂਗ ਸਿੱਖ ਦੇ ਨਾਮ ਨਾਲ ਦੁਨੀਆ ਦੇ ਲੋਕ ਜਾਣਦੇ ਸਨ। ਇਹ ਨਾਮ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਮਿਲਿਆ, ਜਿੱਥੇ ਉਹਨਾਂ ਇੱਕ ਵੱਡੇ ਦੜਾਕ ਨੂੰ ਪਛਾੜ ਜਿੱਤ ਦਾ ਝੰਡਾ ਕੱਢਿਆ ਸੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਦਾ ਇਹ ਨਾਮ ਕਿਵੇਂ ਪਿਆ। 1960 ਦੇ ਵਿੱਚ ਮਿਲਖਾ ਸਿੰਘ ਨੂੰ ਪਾਕਿਸਤਾਨ ਤੋਂ ਸੱਦਾ ਆਇਆ ਕਿ ਉਹ ਭਾਰਤ ਪਾਕਿਸਤਾਨ ਐਥਲੈਟਿਕਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ। ਟੋਕੀਓ ਏਸ਼ੀਅਨ ਖੇਡਾਂ ਦੇ ਵਿੱਚ ਉਹਨਾਂ ਨੇ ਉੱਥੋਂ ਦੇ ਸਰਬੋਤਮ ਦੜਾਕ ਅਬਦੁਲ ਖਾਲਿਕ ਨੂੰ ਫੋਟੋ ਫਿਨਿਸ਼ ਦੇ ਵਿੱਚ 200 ਮੀਟਰ ਦੀ ਦੌੜ 'ਚ ਮਾਤ ਦਿੱਤੀ ਸੀ। ਖੇਡਾਂ 'ਚ ਭਾਰਤ ਤੇ ਪਾਕਿਸਤਾਨ ਦੇ ਹੁਣ ਵੀ ਜਿੰਨੇ ਮੁਕਾਬਲੇ ਹੁੰਦੇ ਨੇ ਤਾਂ ਲੋਕ ਬਹੁਤ ਦਿਲਚਸਪੀ ਲੈਂਦੇ ਆ। ਉਸ ਸਮੇਂ ਵੀ ਅਜਿਹਾ ਹੀ ਸੀ। ਪਾਕਿਸਤਾਨ ਵਾਲੇ ਚਾਹੁੰਦੇ ਸਨ ਕਿ ਦੋਵਾਂ ਦਾ ਮੁਕਾਬਲਾ ਪਾਕਿਸਤਾਨ ਦੀ ਸਰਜ਼ਮੀਨ ਤੇ ਆਯੋਜਿਤ ਹੋਵੇ, ਪਰ ਮਿਲਖਾ ਸਿੰਘ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਵੰਡ ਦੇ ਸਮੇਂ ਦੀਆਂ ਬਹੁਤ ਸਾਰੀਆਂ ਕੌੜੀਆਂ ਯਾਦਾਂ ਉਹਨਾਂ ਦੇ ਦਿਲੋਂ ਦਿਮਾਗ ਦੇ ਵਿੱਚ ਤਾਜ਼ਾ ਸਨ। ਵੰਡ ਵੇਲੇ ਉਹਨਾਂ ਦੇ ਪਰਿਵਾਰ ਨਾਲ ਜੋ ਕੁਝ ਵਾਪਰਿਆ ਉਹ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੂਬਹੂ ਘੁੰਮਦਾ ਸੀ। ਹਾਲਾਂਕਿ ਉਹਨਾਂ ਦੇ ਕੋਚ ਤੇ ਪੰਡਿਤ ਨਹਿਰੂ ਦੇ ਸਮਝਾਉਣ ਤੇ ਮਿਲਖਾ ਸਿੰਘ ਪਾਕਿਸਤਾਨ ਜਾਣ ਦੇ ਲਈ ਰਾਜ਼ੀ ਹੋ ਗਏ। ਲਾਹੌਰ ਦੇ ਵਿੱਚ ਇਹ ਖੇਡਾਂ ਹੋਣੀਆਂ ਸਨ। ਮਿਲਖਾ ਸਿੰਘ ਮੈਦਾਨ ਦੇ ਵਿੱਚ ਪਹੁੰਚੇ ਤੇ ਦੌੜਨ ਦੇ ਲਈ ਤਿਆਰ ਹੋ ਗਏ। ਮੈਦਾਨ ਦੇ ਵਿੱਚ ਜਿਵੇਂ ਹੀ ਦੌੜ ਸ਼ੁਰੂ ਹੋਈ ਤਾਂ ਮਿਲਖਾ ਸਿੰਘ ਪੱਬਾਂ ਤੇ ਉਡਾਰੀਆਂ ਮਾਰਨ ਲੱਗੇ। ਕਿਉਂਕਿ ਦੇਸ਼ ਪਾਕਿਸਤਾਨ ਸੀ ਤਾਂ ਦਰਸ਼ਕਾਂ ਦੇ ਵਿੱਚੋਂ ਬਹੁਤ ਹੀ ਆਵਾਜ਼ ਆ ਰਹੀ ਸੀ, ਪਾਕਿਸਤਾਨ ਜਿੰਦਾਬਾਦ, ਅਬਦੁਲ ਖਾਲਿਕ ਜਿੰਦਾਬਾਦ। ਅਬਦੁਲ ਖਾਲਿਕ ਦਾ ਨਾਮ ਵੱਡੇ ਦੜਾਕਾਂ ਦੇ ਵਿੱਚ ਆਉਂਦਾ ਸੀ ਤੇ ਮਿਲਖਾ ਸਿੰਘ ਦਾ ਇਸ ਦੌੜ ਦੇ ਵਿੱਚ ਮੁੱਖ ਵਿਰੋਧੀ ਖਿਡਾਰੀ ਵੀ ਸੀ। ਖਾਲਿਕ ਮਿਲਖਾ ਤੋਂ ਅੱਗੇ ਸੀ, ਪਰ 100 ਮੀਟਰ ਮੁਕੰਮਲ ਹੋਣ ਤੋਂ ਪਹਿਲਾਂ ਹੀ ਮਿਲਖਾ ਨੇ ਉਹਨਾਂ ਦੀ ਬਰਾਬਰੀ ਕਰ ਲਈ ਸੀ। ਇਸ ਤੋਂ ਬਾਅਦ ਮਿਲਖਾ ਸਿੰਘ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਖਾਲਿਕ ਨੂੰ ਮਾਤ ਦੇ ਦਿੱਤੀ। ਮਿਲਖਾ ਸਿੰਘ ਨੂੰ ਤਗਮਾ ਦਿੰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਫੀਲਡ ਮਾਰਸ਼ਲ ਅਯੂਬ ਖਾਨ ਨੇ ਕਿਹਾ, ਮਿਲਖਾ ਅੱਜ ਤੁਸੀਂ ਦੌੜੇ ਨਹੀਂ ਉੱਡੇ ਹੋ, ਮੈਂ ਤੁਹਾਨੂੰ ਫਲਾਈਂਗ ਸਿੱਖ ਦਾ ਖਿਤਾਬ ਦਿੰਦਾ। ਜਿਸ ਤੋਂ ਬਾਅਦ ਲੋਕ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਦੇ ਨਾਂ ਨਾਲ ਜਾਣਨ ਲੱਗੇ ਤੇ ਉਹਨਾਂ ਦੇ ਦਿਲਾਂ ਤੇ ਰਾਜ ਕਰਨ ਲੱਗੇ। ਇਸੇ ਕਰਕੇ ਹੀ ਮਿਲਖਾ ਸਿੰਘ ਦੇ ਅੱਗੇ ਉੱਡਣਾ ਸਿੱਖ ਵੀ ਲੱਗਦਾ ਹੈ। ਸਰਦਾਰ ਮਿਲਖਾ ਸਿੰਘ ਦਾ ਜਨਮ ਪਾਕਿਸਤਾਨ ਦੇ ਵਿੱਚ ਹੋਇਆ ਸੀ ਤੇ ਵੰਡ ਵੇਲੇ ਜ਼ਿਆਦਾਤਰ ਉਹਨਾਂ ਦਾ ਪਰਿਵਾਰ ਪਾਕਿਸਤਾਨ ਦੇ ਵਿੱਚ ਹੀ ਰਹਿ ਗਿਆ। ਇੱਕ ਉਹਨਾਂ ਦੀ ਭੈਣ ਸਨ ਜਿਨ੍ਹਾਂ ਦੇ ਨਾਲ ਮਿਲਖਾ ਸਿੰਘ ਰਿਹਾ ਕਰਦੇ ਸੀ। ਉਸ ਤੋਂ ਬਾਅਦ ਇੱਧਰ ਆ ਕੇ ਉਹਨਾਂ ਦਾ ਵਿਆਹ ਹੋਇਆ। ਤੁਹਾਨੂੰ ਸਰਦਾਰ ਮਿਲਖਾ ਸਿੰਘ ਦੇ ਪਰਿਵਾਰ ਦੇ ਬਾਰੇ ਵੀ ਕੁਝ ਦੱਸਦੇ ਹਾਂ। ਭਾਰਤ ਪਾਕਿਸਤਾਨ ਦੀ ਵੰਡ ਵੇਲੇ ਮਿਲਖਾ ਸਿੰਘ ਦਾ ਜ਼ਿਆਦਾਤਰ ਪਰਿਵਾਰ ਪਾਕਿਸਤਾਨ ਦੇ ਵਿੱਚ ਰਹਿ ਗਿਆ ਸੀ। ਉੱਥੇ ਉਹਨਾਂ ਦੀ ਮੌਤ ਹੋ ਗਈ ਸੀ, ਪਰ ਉਹਨਾਂ ਦੀ ਭੈਣ ਉਹਨਾਂ ਦੇ ਨਾਲ ਭਾਰਤ ਪਹੁੰਚੇ ਸਨ। ਜਿਸ ਤੋਂ ਬਾਅਦ ਕੁਝ ਸਮਾਂ ਇਹ ਇਕੱਠੇ ਰਹੇ। ਬਾਅਦ ਦੇ ਵਿੱਚ ਮਿਲਖਾ ਸਿੰਘ ਚੰਡੀਗੜ੍ਹ ਰਹਿਣ ਲੱਗ ਗਏ। ਉਹ 1955 ਦੇ ਵਿੱਚ ਸਿਲੋਨ ਵਿਖੇ ਨਿਰਮਲ ਕੌਰ ਨੂੰ ਮਿਲੇ, ਜੋ ਕਿ ਭਾਰਤੀ ਵਾਲੀਬਾਲ ਟੀਮ ਮਹਿਲਾਵਾਂ ਦੀ ਸਾਬਕਾ ਕਪਤਾਨ ਸਨ। ਉਹਨਾਂ ਨੇ 1962 ਦੇ ਵਿੱਚ ਵਿਆਹ ਕਰਵਾ ਲਿਆ। ਉਹਨਾਂ ਦੇ 3 ਧੀਆਂ ਤੇ ਇੱਕ ਬੇਟਾ ਜੀਵ ਮਿਲਖਾ ਸਿੰਘ ਹੈ।
ਬੜੀਆਂ ਮੁਸ਼ਕਲਾਂ ਸਨ ਪਰ ਇਸ ਦੇ ਬਾਵਜੂਦ ਸਰਦਾਰ ਮਿਲਖਾ ਸਿੰਘ ਨੇ ਹਿੰਮਤ ਨਹੀਂ ਹਾਰੀ ਤੇ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਵੱਡਾ ਮੁਕਾਮ ਹਾਸਲ ਕੀਤਾ। ਉਹਨਾਂ ਦੇ ਕੈਰੀਅਰ ਦੀਆਂ ਕੁਝ ਖਾਸ ਗੱਲਾਂ ਵੀ ਤੁਹਾਨੂੰ ਦੱਸਾਂਗੇ। ਕਿਹਾ ਜਾਂਦਾ ਹੈ ਕਿ ਕੁਝ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਉਹ ਸਾਲ 1952 ਦੇ ਵਿੱਚ ਫੌਜ ਦੀ ਇਲੈਕਟ੍ਰੀਕਲ ਮਕੈਨੀਕਲ ਇੰਜੀਨੀਅਰਿੰਗ ਸ਼ਾਖਾ ਦੇ ਵਿੱਚ ਸ਼ਾਮਲ ਹੋਣ ਦੇ ਵਿੱਚ ਸਫਲ ਹੋ ਗਏ। ਇੱਕ ਵਾਰ ਹਥਿਆਰਬੰਦ ਬਲ ਦੇ ਉਹਨਾਂ ਦੇ ਕੋਚ ਹੌਲਦਾਰ ਗੁਰਦੇਵ ਸਿੰਘ ਨੇ ਉਹਨਾਂ ਨੂੰ ਦੌੜਨ ਦੇ ਲਈ ਪ੍ਰੇਰਿਤ ਕੀਤਾ। ਤਦੋਂ ਤੋਂ ਹੀ ਉਹ ਆਪਣਾ ਜੀ ਤੋੜ ਅਭਿਆਸ ਕਰਨ ਲੱਗੇ। ਉਹ ਸਾਲ 1956 ਦੇ ਵਿੱਚ ਪਟਿਆਲਾ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਦੇ ਸਮੇਂ ਸੁਰਖੀਆਂ ਦੇ ਵਿੱਚ ਆਏ। ਸਾਲ 1958 ਵਿੱਚ ਕਟਕ ਵਿੱਚ ਹੋਈਆਂ ਰਾਸ਼ਟਰੀ ਖੇਡਾਂ 'ਚ 200 ਅਤੇ 400 ਮੀਟਰ ਦੇ ਰਿਕਾਰਡ ਤੋੜ ਦਿੱਤੇ। ਸਾਲ 1958 ਦੀ ਏਸ਼ੀਆਈ ਖੇਡਾਂ ਦੇ ਵਿੱਚ ਮਿਲਖਾ ਸਿੰਘ ਨੂੰ ਮਿਲੀ ਸਫਲਤਾ ਦੇ ਸਨਮਾਨ ਵਿੱਚ ਉਹਨਾਂ ਨੂੰ ਭਾਰਤੀ ਸਿਪਾਹੀ ਦੇ ਅਹੁਦੇ ਤੋਂ ਜੂਨੀਅਰ ਕਮਿਸ਼ਨ ਅਫਸਰ ਉੱਤੇ ਪ੍ਰਮੋਟ ਕਰ ਦਿੱਤਾ ਗਿਆ। ਸਾਲ 1958 ਦੇ ਏਸ਼ੀਆਈ ਖੇਡਾਂ ਦੀ 400 ਮੀਟਰ ਦੌੜ ਦੇ ਵਿੱਚ ਉਹਨਾਂ ਨੂੰ ਪਹਿਲਾ ਸਥਾਨ ਮਿਲਿਆ, ਜਦਕਿ 1958 ਦੇ ਰਾਸ਼ਟਰਮੰਡਲ ਖੇਡਾਂ ਦੀ 440 ਗਜ ਦੌੜ ਦੇ ਵਿੱਚ ਪਹਿਲਾ ਸਥਾਨ ਮਿਲਿਆ। 1959 ਦੇ ਵਿੱਚ ਉਡਣਾ ਸਿੱਖ ਨੂੰ ਪਦਮ ਸ਼੍ਰੀ ਪੁਰਸਕਾਰ ਵੀ ਦਿੱਤਾ ਗਿਆ। 1962 ਦੇ ਏਸ਼ੀਆਈ ਖੇਡਾਂ ਦੀ 400 ਮੀਟਰ ਦੌੜ ਦੇ ਵਿੱਚ ਉਹਨਾਂ ਪਹਿਲਾ ਸਥਾਨ ਹਾਸਲ ਕੀਤਾ ਸੀ ਤੇ 1962 ਦੇ ਏਸ਼ੀਆਈ ਖੇਡਾਂ ਦੀ 4x400 ਰਿਲੇ ਰੇਸ ਦੇ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ। 1964 ਦੇ ਕੋਲਕਾਤਾ ਰਾਸ਼ਟਰੀ ਖੇਡਾਂ ਦੀ 400 ਮੀਟਰ ਰੇਸ ਦੇ ਵਿੱਚ ਉਹਨਾਂ ਦੂਜਾ ਸਥਾਨ ਹਾਸਲ ਕੀਤਾ ਸੀ। ਉਹ ਪੰਜਾਬ ਸਿੱਖਿਆ ਮੰਤਰਾਲੇ ਦੇ ਵਿੱਚ ਖੇਡ ਨਿਰਦੇਸ਼ਕ ਬਣੇ ਅਤੇ ਸਾਲ 1998 ਦੇ ਵਿੱਚ ਅਹੁਦੇ ਤੋਂ ਸੇਵਾ ਮੁਕਤ ਹੋਏ। ਮਿਲਖਾ ਸਿੰਘ ਨੇ ਜਿੱਤ ਦੇ ਵਿੱਚ ਮੈਡਲ ਦੇਸ਼ ਨੂੰ ਸਮਰਪਿਤ ਕਰ ਦਿੱਤੇ ਸੀ। ਸ਼ੁਰੂਆਤ ਦੇ ਵਿੱਚ ਇਹਨਾਂ ਸਾਰੇ ਮੈਡਲਾਂ ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਬਾਅਦ ਦੇ ਵਿੱਚ ਇਹਨਾਂ ਨੂੰ ਪਟਿਆਲਾ ਦੇ ਵਿੱਚ ਇੱਕ ਖੇਡ ਅਜਾਇਬ ਘਰ 'ਚ ਤਬਦੀਲ ਕਰ ਦਿੱਤਾ ਗਿਆ। ਮਿਲਖਾ ਸਿੰਘ ਵੱਲੋਂ ਰੋਮ ਦੇ ਓਲੰਪਿਕ ਖੇਡਾਂ ਵਿੱਚ ਪਾਏ ਗਏ ਜੁੱਤੇ ਨੂੰ ਵੀ ਖੇਡ ਅਜਾਇਬ ਘਰ ਦੇ ਵਿੱਚ ਪ੍ਰਦਰਸ਼ਿਤ ਕਰ ਰੱਖਿਆ ਗਿਆ। ਮਿਲਖਾ ਸਿੰਘ ਨੇ ਬਹੁਤ ਮੈਡਲ ਜਿੱਤੇ ਪਰ ਇਸ ਦੇ ਬਾਵਜੂਦ ਉਹ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਵੀ ਨਾਰਾਜ਼ ਸਨ। ਮਿਲਖਾ ਸਿੰਘ ਨੂੰ ਸਾਲ 2001 ਦੇ ਵਿੱਚ ਸਰਕਾਰ ਨੇ ਅਰਜੁਨ ਅਵਾਰਡ ਦੇਣਾ ਚਾਹਿਆ ਤਾਂ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਮਿਲਖਾ ਸਿੰਘ ਇਸ ਗੱਲ ਤੋਂ ਨਾਰਾਜ਼ ਸਨ ਕਿ ਉਹਨਾਂ ਨੂੰ 40 ਸਾਲ ਬਾਅਦ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਉਹ ਸਰਕਾਰ ਦੀਆਂ ਖੇਡ ਪ੍ਰਤੀ ਨੀਤੀਆਂ ਤੋਂ ਵੀ ਕਈ ਵਾਰ ਨਾਰਾਜ਼ਗੀ ਜ਼ਾਹਰ ਕਰਦੇ ਸਨ। ਮਿਲਖਾ ਸਿੰਘ ਦੀ ਜ਼ਿੰਦਗੀ ਦੇ ਉੱਤੇ ਫਿਲਮ ਵੀ ਬਣੀ ਹੈ। ਇਸ ਫਿਲਮ ਦਾ ਨਾਮ ਹੈ ਭਾਗ ਮਿਲਖਾ ਭਾਗ। ਇਸ ਦੇ ਵਿੱਚ ਕੀ ਕੁਝ ਖਾਸ ਸੀਗਾ, ਕਿਸ ਨੇ ਇਸ ਦੇ ਵਿੱਚ ਕਿਰਦਾਰ ਨਿਭਾਇਆ ਸੀ, ਉਹ ਵੀ ਦੱਸਦੇ ਹਾਂ। ਮਿਲਖਾ ਸਿੰਘ ਦੀ ਜੀਵਨੀ ਦੇ ਉੱਤੇ ਇੱਕ ਫਿਲਮ ਬਣੀ ਹੈ ਜਿਸ ਦਾ ਨਾਮ ਹੈ ਭਾਗ ਮਿਲਖਾ ਭਾਗ। ਆਪਣੀ ਜ਼ਿੰਦਗੀ ਤੇ ਬਣੀ ਇਸ ਫਿਲਮ ਨੂੰ ਮਿਲਖਾ ਸਿੰਘ ਨੇ 1 ਰੁਪਏ ਦੇ ਵਿੱਚ ਸਾਈਨ ਕਰ ਦਿੱਤਾ ਸੀ, ਜਿਸ ਨੂੰ ਓਮ ਪ੍ਰਕਾਸ਼ ਮਹਿਰਾ ਦੇ ਵੱਲੋਂ ਨਿਰਦੇਸ਼ਿਤ ਕੀਤਾ ਗਿਆ। ਇਸ ਫਿਲਮ ਦੇ ਵਿੱਚ ਫਰਹਾਨ ਅਖਤਰ ਅਤੇ ਸੋਨਮ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਸੀ। ਜਦੋਂ ਕਿ ਮਿਲਖਾ ਸਿੰਘ ਤੋਂ ਪੁੱਛਿਆ ਗਿਆ ਕਿ ਉਹਨਾਂ ਨੇ ਆਪਣੇ ਜੀਵਨ ਉੱਤੇ ਫਿਲਮ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਚੰਗੀਆਂ ਫਿਲਮਾਂ ਨੌਜਵਾਨਾਂ ਦੇ ਲਈ ਇੱਕ ਪ੍ਰੇਰਨਾ ਸਰੋਤ ਹੁੰਦੀਆਂ ਨੇ ਅਤੇ ਉਹ ਖੁਦ ਫਿਲਮ ਦੇਖਣਗੇ ਅਤੇ ਦੇਖਣਗੇ ਕਿ ਉਹਨਾਂ ਦੇ ਜੀਵਨ ਦੀ ਘਟਨਾ ਨੂੰ ਸਹੀ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ ਗਿਆ ਜਾਂ ਫਿਰ ਨਹੀਂ। ਉਹ ਨੌਜਵਾਨਾਂ ਨੂੰ ਇਹ ਫਿਲਮ ਦਿਖਾ ਕੇ ਉਹਨਾਂ ਨੂੰ ਐਥਲੈਟਿਕਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪ੍ਰੇਰਿਤ ਕਰਨਾ ਚਾਹੁੰਦੇ ਸੀ, ਜਿਸ ਦੇ ਨਾਲ ਭਾਰਤ ਨੂੰ ਵਿਸ਼ਵ ਪੱਧਰ ਉੱਤੇ ਮੈਡਲ ਜਿੱਤ ਕੇ ਇੱਕ ਮਾਣ ਮਹਿਸੂਸ ਹੋਵੇ। जब ये स्टार्ट लेते थे तो पैर पीछे निकल जाता था, पीछे निकलता था। तो इसकी वजह ये है कि नेल पहन के भागते थे
the still shoes जो था वो पीछे जाता था. So you have to lose in every step 2-3 inches. तो पूरा चक्कर लेने से वो सारा जो है वो सारा यहाँ से. तो ये शूज बाद में पहले तो मैं नंगे पाँव भागता था. वो सारा जो है तो ये सारी चीज़ जो है इस ट्रैक पे अब तुम भागता है तो बगैर उसके शूज के बगैर भागता है. बगैर भी स्पाइक्स के साथ भी बाइक के साथ भी वेरी बहुत अच्छी बात है. आप मिले थे मेलविन से? हाँ मुझे मालूम है. आई नो. चलो थैंक यू. फिटनेस का बच्चे ਭਾਰਤ ਦੇ ਖੇਡ ਜਗਤ ਵਿੱਚ ਇਤਿਹਾਸ ਰਚਣ ਵਾਲੇ ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 18 ਜੂਨ ਨੂੰ ਚੰਡੀਗੜ੍ਹ ਪੀਜੀਆਈ ਦੇ ਵਿੱਚ ਆਖਰੀ ਸਾਹ ਲਏ। ਭਾਰਤ ਦੇ ਉੱਡਣੇ ਸਿੱਖ ਵਜੋਂ ਜਾਣੇ ਜਾਂਦੇ ਓਲੰਪੀਅਨ ਮਿਲਖਾ ਸਿੰਘ 18 ਜੂਨ 2021 ਨੂੰ ਕੋਵਿਡ-19 ਮਹਾਮਾਰੀ ਤੋਂ ਪੀੜਤ ਹੋਣ ਕਰਕੇ ਇਸ ਫਾਨੀ ਸੰਸਾਰ ਨੂੰ 91 ਸਾਲ ਦੀ ਉਮਰ ਵਿੱਚ ਅਲਵਿਦਾ ਆਖੇ। ਪਿਛਲੇ ਹਫ਼ਤੇ ਹੀ ਉਹਨਾਂ ਦੀ ਪਤਨੀ ਤੇ ਸਾਬਕਾ ਐਥਲੀਟ ਨਿਰਮਲ ਮਿਲਖਾ ਸਿੰਘ ਦਾ ਵੀ ਕਰੋਨਾ ਕਰਕੇ ਦੇਹਾਂਤ ਹੋ ਗਿਆ ਸੀ ਤੇ ਉਸ ਸਮੇਂ ਉਹਨਾਂ ਦੀ ਉਮਰ 83 ਸਾਲ ਸੀ। ਮਿਲਖਾ ਸਿੰਘ ਦੇ ਜਾਣ ਤੋਂ ਬਾਅਦ ਹਰ ਕੋਈ ਉਹਨਾਂ ਨੂੰ ਆਪੋ ਆਪਣੇ ਅੰਦਾਜ਼ ਦੇ ਵਿੱਚ ਯਾਦ ਕਰ ਰਿਹਾ ਹੈ, ਸ਼ਰਧਾਂਜਲੀ ਦੇ ਰਿਹਾ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਖੇਡ ਜਗਤ ਦੀਆਂ ਹਸਤੀਆਂ, ਫਿਲਮੀ ਜਗਤ ਦੀਆਂ ਹਸਤੀਆਂ ਤੇ ਸਿਆਸਤਦਾਨ ਮਿਲਖਾ ਸਿੰਘ ਦੇ ਦੇਹਾਂਤ ਦੇ ਉੱਤੇ ਸੋਗ ਜਤਾ ਰਹੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲਖਾ ਸਿੰਘ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਨੇ ਮਿਲਖਾ ਸਿੰਘ ਦੇ ਰੂਪ ਵਿੱਚ ਇੱਕ ਮਹਾਨ ਖਿਡਾਰੀ ਗਵਾਇਆ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਿਲਖਾ ਸਿੰਘ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਤੇ ਭਾਰਤ ਦੇ ਇੱਕ ਦੌਰ ਦਾ ਅੰਤ ਹੋ ਗਿਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਉਹਨਾਂ ਦੇ ਦੇਹਾਂਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਾਲੀਵੁੱਡ 'ਚ ਫਿਲਮੀ ਪਰਦੇ ਤੇ ਉਹਨਾਂ ਦੇ ਕਿਰਦਾਰ ਨੂੰ ਸਾਕਾਰ ਕਰਨ ਵਾਲੇ ਫਰਹਾਨ ਅਖਤਰ ਨੇ ਵੀ ਟਵਿੱਟਰ ਤੇ ਲਿਖਿਆ। ਉਹਨਾਂ ਲਿਖਿਆ ਹੈ, ਮੇਰਾ ਇੱਕ ਹਿੱਸਾ ਅਜੇ ਵੀ ਇਹ ਮੰਨਣ ਤੋਂ ਇਨਕਾਰੀ ਹੈ ਕਿ ਤੁਸੀਂ ਨਹੀਂ ਰਹੇ। ਇਹ ਸ਼ਾਇਦ ਉਹੀ ਜਿੱਦ ਪਹਿਲੂ ਹੈ ਜੋ ਮੈਂ ਤੁਹਾਡੇ ਤੋਂ ਲਿਆ। ਜੋ ਜਿੱਦ ਜਦੋਂ ਕੁਝ ਮਨ ਦੇ ਵਿੱਚ ਧਾਰ ਲੈਂਦੀ ਹੈ ਤਾਂ ਬਸ ਉਸ ਦਾ ਪਿੱਛਾ ਨਹੀਂ ਛੱਡਦੀ। ਸੱਚਾਈ ਹੈ ਕਿ ਤੁਸੀਂ ਹਮੇਸ਼ਾ ਜਿਉਂਦੇ ਰਹੋਗੇ ਕਿਉਂਕਿ ਤੁਸੀਂ ਇੱਕ ਫਰਾਖਦਿਲ, ਪਿਆਰੇ, ਨਿੱਘੇ, ਹਲੀਮ ਇਨਸਾਨ ਤੋਂ ਕਿਤੇ ਜ਼ਿਆਦਾ ਸੀ। ਤੁਸੀਂ ਇੱਕ ਸੁਪਨੇ ਦੀ ਨੁਮਾਇੰਦਗੀ ਕੀਤੀ। ਤੁਸੀਂ ਨੁਮਾਇੰਦਗੀ ਕੀਤੀ ਕਿ ਮਿਹਨਤ, ਇਮਾਨਦਾਰੀ ਅਤੇ ਦ੍ਰਿੜਤਾ ਕਿਵੇਂ ਇੱਕ ਇਨਸਾਨ ਨੂੰ ਚੁੱਕ ਕੇ ਅਸਮਾਨ ਛੂਹ ਸਕਦੀ ਹੈ। ਤੁਸੀਂ ਸਾਡੇ ਸਾਰਿਆਂ ਦੀਆਂ ਜ਼ਿੰਦਗੀਆਂ ਨੂੰ ਛੋਇਆ। ਜਿਨ੍ਹਾਂ ਨੇ ਤੁਹਾਨੂੰ ਇੱਕ ਪਿਤਾ ਅਤੇ ਮਿੱਤਰ ਵਜੋਂ ਜਾਣਿਆ, ਉਹਨਾਂ ਦੇ ਲਈ ਇਹ ਇੱਕ ਨਿਆਮਤ ਸੀ। ਦੂਜਿਆਂ ਦੇ ਲਈ ਤੁਸੀਂ ਪ੍ਰੇਰਨਾ ਦੇ ਨਿਰੰਤਰ ਸੋਮੇ ਅਤੇ ਸਫਲਤਾ ਦੇ ਵਿੱਚ ਹਲੀਮੀ ਦੀ ਯਾਦ ਸੀ। ਮੈਂ ਤੁਹਾਨੂੰ ਆਪਣੇ ਸਮੁੱਚੇ ਦਿਲ ਦੇ ਨਾਲ ਪਿਆਰ ਕਰਦਾ। ਭਾਰਤ ਦੇ ਮਸ਼ਹੂਰ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਵੀ ਮਿਲਖਾ ਸਿੰਘ ਦੇ ਦੇਹਾਂਤ ਤੇ ਲਿਖਿਆ। ਉਹਨਾਂ ਨੇ ਲਿਖਿਆ ਕਿ ਮਿਲਖਾ ਸਿੰਘ ਦੇ ਦੇਹਾਂਤ ਤੇ ਉਹ ਕਾਫੀ ਜ਼ਿਆਦਾ ਦੁਖੀ ਹੋਏ ਨੇ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਮਿਲਖਾ ਸਿੰਘ ਨੂੰ ਯਾਦ ਕਰਦਿਆਂ ਲਿਖਿਆ, ਇੱਕ ਅਜਿਹੀ ਵਿਰਾਸਤ ਜਿਸ ਨੇ ਪੂਰੇ ਦੇਸ਼ ਨੂੰ ਚੰਗਾ ਕਰਨ ਦਾ ਟੀਚਾ ਰੱਖਣ ਲਈ ਉਤਸ਼ਾਹਿਤ ਕੀਤਾ, ਹੌਸਲਾ ਨਾ ਛੱਡਣ ਤੇ ਆਪਣੇ ਸੁਪਨਿਆਂ ਪਿੱਛੇ ਭੱਜਣ ਲਈ ਪ੍ਰੇਰਿਤ ਕੀਤਾ। ਮਿਲਖਾ ਸਿੰਘ ਜੀ ਤੁਸੀਂ ਕਦੇ ਨਹੀਂ ਭੁੱਲੋਗੇ। ਇਸ ਤੋਂ ਇਲਾਵਾ ਮਸ਼ਹੂਰ ਸਨਅਤਕਾਰ ਆਨੰਦ ਮਹਿੰਦਰਾ ਨੇ ਮਿਲਖਾ ਸਿੰਘ ਬਾਰੇ ਕਾਫੀ ਭਾਵੁਕ ਸੰਦੇਸ਼ ਲਿਖਿਆ। ਉਹਨਾਂ ਕਿਹਾ, ਸਾਡੀ ਪੀੜ੍ਹੀ ਕਿਵੇਂ ਦੱਸ ਸਕਦੀ ਹੈ ਕਿ ਮਿਲਖਾ ਸਿੰਘ ਸਾਡੇ ਲਈ ਕੀ ਸਨ। ਉਹ ਕੇਵਲ ਇੱਕ ਐਥਲੀਟ ਨਹੀਂ ਸਨ ਜੋ ਸਮਾਜ ਬਸਤੀਵਾਦ ਦੀ ਚੁਣੌਤੀ ਦੇ ਨਾਲ ਜੂਝ ਰਿਹਾ ਸੀ। ਉਸ ਦੇ ਲਈ ਮਿਲਖਾ ਸਿੰਘ ਇੱਕ ਉਮੀਦ ਸਨ ਕਿ ਅਸੀਂ ਵੀ ਦੁਨੀਆ ਦੇ ਵਿੱਚ ਸਭ ਤੋਂ ਬਿਹਤਰੀਨ ਬਣ ਸਕਦੇ ਹਾਂ। ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਲਿਖਿਆ, ਅਸੀਂ ਭਲੇ ਹੀ ਤੁਹਾਨੂੰ ਮੁਕੰਮਲ ਰੂਪ ਦੇ ਵਿੱਚ ਨਾ ਦੇਖਿਆ ਹੋਵੇ, ਪਰ ਬਚਪਨ ਦੇ ਵਿੱਚ ਜਦੋਂ ਕਦੇ ਵੀ ਅਸੀਂ ਤੇਜ਼ ਦੌੜੇ ਤਾਂ ਮਿਲਖਾ ਸਿੰਘ ਵਾਂਗ ਦੌੜੇ। ਮੇਰੇ ਲਈ ਤੁਹਾਡੀ ਇਹੀ ਵਿਰਾਸਤ ਹੈ ਜੋ ਤੁਸੀਂ ਪਿੱਛੇ ਛੱਡ ਕੇ ਜਾ ਰਹੇ ਹੋ। ਤੁਸੀਂ ਸਿਰਫ ਦੌੜੇ ਨਹੀਂ, ਤੁਸੀਂ ਪ੍ਰੇਰਿਤ ਕੀਤਾ ਹੈ। ਅਦਾਕਾਰ ਸ਼ਾਹਰੁਖ ਖਾਨ ਨੇ ਲਿਖਿਆ ਕਿ ਉੱਡਣਾ ਸਿੱਖ ਭਾਵੇਂ ਸ਼ਖਸੀ ਰੂਪ ਦੇ ਵਿੱਚ ਸਾਡੇ ਵਿਚਕਾਰ ਨਹੀਂ ਰਹੇ, ਪਰ ਉਹਨਾਂ ਦੀ ਮੌਜੂਦਗੀ ਹਮੇਸ਼ਾ ਰਹੇਗੀ ਅਤੇ ਉਹਨਾਂ ਦੀ ਵਿਰਾਸਤ ਲਾਸਾਨੀ ਰਹੇਗੀ। ਮੇਰੇ ਲਈ ਇੱਕ ਪ੍ਰੇਰਨਾ, ਲੱਖਾਂ ਲੋਕਾਂ ਦੇ ਲਈ ਪ੍ਰੇਰਨਾ। ਇਸ ਤੋਂ ਇਲਾਵਾ ਅਦਾਕਾਰ ਅਕਸ਼ੇ ਕੁਮਾਰ ਨੇ ਲਿਖਿਆ, ਮਿਲਖਾ ਸਿੰਘ ਜੀ ਦੀ ਮੌਤ ਬਾਰੇ ਸੁਣ ਕੇ ਬੇहद ਦੁਖੀ ਹਾਂ।
ਉਹ ਇੱਕ ਅਜਿਹਾ ਕਿਰਦਾਰ ਸਨ ਜਿਸ ਨੂੰ ਪਰਦੇ ਤੇ ਨਾ ਨਿਭਾ ਸਕਣ ਦਾ ਮੈਨੂੰ ਹਮੇਸ਼ਾ ਅਫਸੋਸ ਰਹੇਗਾ। ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਲਿਖਿਆ, ਉੱਡਣੇ ਸਿੱਖ ਮਿਲਖਾ ਸਿੰਘ ਦੀ ਮੌਤ ਬਾਰੇ ਸੁਣ ਕੇ ਬੇहद ਦੁੱਖ ਦੇ ਵਿੱਚ ਹਾਂ। ਇਹ ਸ਼ਖਸ ਜਿਸ ਨੇ ਸਾਡੇ ਵਿੱਚ ਬਹੁਤਿਆਂ ਨੂੰ ਪ੍ਰੇਰਿਤ ਕੀਤਾ ਹਮੇਸ਼ਾ ਸਾਡੇ ਦਿਲ ਦੇ ਵਿੱਚ ਰਹਿਣਗੇ। ਪਰਿਵਾਰ ਦੇ ਨਾਲ ਮੇਰੀਆਂ ਦਿਲੀ ਸੰਵੇਦਨਾਵਾਂ। ਬੇਸ਼ੱਕ ਇਸ ਮਹਾਨ ਦੜਾਕ ਉੱਡਣਾ ਸਿੱਖ ਸਰਦਾਰ ਮਿਲਖਾ ਸਿੰਘ ਨੇ ਸਾਨੂੰ ਸਭ ਨੂੰ ਅਲਵਿਦਾ ਆਖ ਦਿੱਤਾ ਹੈ, ਪਰ ਉਹਨਾਂ ਦੀ ਯਾਦ ਹਮੇਸ਼ਾ ਦਿਲਾਂ ਦੇ ਵਿੱਚ ਧੜਕਦੀ ਰਹੇਗੀ। ਜਦੋਂ ਵੀ ਕਦੇ ਮੈਦਾਨ ਦੀਆਂ ਗੱਲਾਂ ਚੱਲਣਗੀਆਂ ਤਾਂ ਮਿਲਖਾ ਸਿੰਘ ਦਾ ਨਾਮ ਜ਼ੁਬਾਨ ਤੇ ਮੱਲੋ ਮੱਲੀ ਆ ਜਾਏਗਾ। ਜਦੋਂ ਕਿਤੇ ਰਫ਼ਤਾਰ ਦੀਆਂ ਗੱਲਾਂ ਚੱਲਣਗੀਆਂ ਤਾਂ ਮਿਲਖਾ ਸਿੰਘ ਮੈਦਾਨ ਦੇ ਵਿੱਚ ਦੌੜਦੇ ਦਿਖਾਈ ਦੇਣਗੇ ਤੇ ਅਸਮਾਨ ਦੇ ਵਿੱਚ ਉਡਾਰੀਆਂ ਮਾਰਦੇ ਨਜ਼ਰ ਆਉਣਗੇ। ਜਦੋਂ ਕਿਤੇ ਅਸਮਾਨ ਦੀ ਗੱਲ ਹੋਵੇਗੀ ਤਾਂ ਉੱਡਣਾ ਸਿੱਖ ਯਾਦ ਆਉਣਗੇ। अलविदा उडना सिख सरदार मिल्खा सिंह।